ਬਰਜਿੰਦਰ ਸਿੰਘ ਨੇ ਰੇ ਮਨ ਤੇਰੋ ਕੋਏ ਨਹੀਂ, ਖਿੰਚ ਲਏ ਜਿਨ ਭਾਰ। ਪੰਕਤੀ ਲਿਖ ਕੇ ਉੱਪਰ ਇੱਕ ਪ੍ਰਤੀਕ ਵਜੋਂ ਤਸਵੀਰ ਪਾਈ ਹੋਈ ਹੈ। ਇੱਕ ਕੁਲੀ ਦੋ ਤਿੰਨ ਟੈਚੀ ਸਿਰ 'ਤੇ ਰੱਖ ਕੇ ਤਿੰਨ ਚਾਰ ਬੈਗ ਹੱਥਾਂ ਦੇ ਵਿੱਚ ਟੰਗ ਕੇ ਟ੍ਰੇਨ ਵੱਲ ਨੂੰ ਜਾ ਰਿਹਾ ਹੈ। ਤੇ ਇਸ ਪੰਕਤੀ ਦੁਆਰਾ ਇਹ ਸਮਝ ਵਿੱਚ ਆ ਰਿਹਾ ਹੈ ਕਿ ਜਿਨ੍ਹਾਂ ਦਾ ਇਹ ਭਾਰ ਢੋ ਰਿਹਾ ਹੈ, ਭਾਰ ਚੱਕਿਆ ਹੋਇਆ ਹੈ, ਉਹ ਇਹਦੇ ਆਪਣੇ ਨਹੀਂ ਹਨ। ਆਪਣੇ ਥੋੜ੍ਹੇ ਹੀ ਹਨ ਜਿਹੜੇ ਭਾਰ ਢੋਣ ਵਾਲੇ ਹਨ, ਭਾਰ ਢੋ ਰਹੇ ਹਨ। ਉਹਦੇ ਪੈਸੇ ਵਾਸਤੇ ਢੋ ਰਹੇ ਹਨ, ਆਪਣੀ ਉਪਜੀਵਿਕਾ ਕਮਾ ਰਹੇ ਹਨ। ਉਹਨਾਂ ਨੂੰ ਵੀ ਪਤਾ ਹੈ ਵੀ ਜਿਨ੍ਹਾਂ ਦੇ ਬੈਗ ਚੱਕੀ ਜਾ ਰਹੇ ਹਾਂ, ਟਰੰਕ ਟੈਚੀ ਸੂਟਕੇਸ ਚੱਕੀ ਜਾ ਰਹੇ ਹਾਂ, ਉਹ ਆਪਣੇ ਨਹੀਂ ਹਨ। ਪਰ ਉਹ ਇਹ ਚੱਕ ਆਪਣਿਆਂ ਕਰਕੇ ਹੀ ਰਹੇ ਹਨ। ਪਰ ਤੁਹਾਨੂੰ ਦੂਸਰੇ ਦਾ ਬੋਝ ਤੇ ਦਿਖਾਈ ਦੇ ਦਿੰਦਾ ਹੈ, ਵੀ ਦੂਸਰੇ ਨੇ ਜਿਨ੍ਹਾਂ ਦਾ ਬੋਝ ਚੱਕਿਆ ਹੋਇਆ ਹੈ ਉਹ ਆਪਣੇ ਨਹੀਂ ਹਨ। ਪਰ ਤੁਹਾਨੂੰ ਨਹੀਂ ਦਿਖਾਈ ਦੇ ਰਿਹਾ ਹੈ ਵੀ ਤੁਸੀਂ ਜਿਨ੍ਹਾਂ ਦਾ ਬੋਝ ਚੱਕਿਆ ਹੈ ਉਹ ਆਪਣੇ ਹਨ। ਕਬੀਰ ਜੀ ਤੁਹਾਨੂੰ ਕਹਿ ਰਹੇ ਹਨ, ਉਹਨਾਂ ਨੂੰ ਨਹੀਂ ਕਹਿ ਰਹੇ ਹਨ। ਉਹ ਤਾਂ ਉਪਜੀਵਿਕਾ ਕਮਾਉਣ ਵਾਸਤੇ ਚੱਕ ਰਹੇ ਹਨ, ਰੋਟੀ ਖਾਣ ਵਾਸਤੇ ਚੱਕ ਰਹੇ ਹਨ। ਉਹ ਤੁਹਾਨੂੰ ਕਹਿ ਰਹੇ ਹਨ ਵੀ ਤੁਸੀਂ ਜਿਨ੍ਹਾਂ ਦਾ ਬੋਝ ਚੱਕਿਆ ਹੋਇਆ ਹੈ ਉਹ ਤੁਹਾਡੇ ਆਪਣੇ ਹਨ। ਅਗਰ ਆਪਣੇ ਨਹੀਂ ਹਨ ਫਿਰ ਬੋਝ ਕਿਉਂ ਚੱਕਿਆ ਹੈ? ਫਿਰ ਅਗਰ ਬੋਝ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਹੈ ਨਾ, ਤੇ ਇਹਦਾ ਮਤਲਬ ਇਹੋ ਹੀ ਹੈ ਤੁਸੀਂ ਮੋਹਗ੍ਰਸਤ ਹੋ, ਸਮੋਹਿਤ ਹੋ ਗਏ ਹੋ। ਮੋਹ ਦਾ ਕਰਕੇ ਬੋਝ ਨਹੀਂ ਲੱਗਦਾ ਹੈ। ਤੁਸੀਂ ਬੋਝ ਤੇ ਬਹੁਤ ਚੱਕਿਆ ਹੋਇਆ ਹੈ, ਬੜੀਆਂ ਜ਼ਿੰਮੇਵਾਰੀਆਂ ਹਨ, ਪਰ ਮੋਹ ਦਾ ਕਰਕੇ ਉਹ ਤੁਹਾਨੂੰ ਬੋਝ ਜਿਹੜਾ ਹੈ ਨਾ, ਬੋਝ ਨਹੀਂ ਲੱਗ ਰਿਹਾ ਹੈ। ਇਸ ਕਰਕੇ ਤੁਸੀਂ ਉਹ ਜੋ ਆਪਣਾ ਬੋਝ ਹੈ ਉਹਨੂੰ ਦੇਖ ਨਹੀਂ ਰਹੇ ਹੋ। ਅਗਰ ਦੇਖਦੇ ਹੀ ਹੁੰਦੇ ਬੋਝ ਹੈ ਤੇ ਲਾ ਕੇ ਰੱਖ ਨਾ ਦਿੰਦੇ, ਫਿਰ ਤੇ ਬੇਸਮਝੀ ਹੁੰਦੀ ਨਾ। ਸਮਝਦਾਰ ਨੂੰ ਪਤਾ ਲੱਗ ਗਿਆ ਬੋਝ ਹੈ,
ਵੀ ਚੱਕੀ ਫਿਰਦਾ ਸਿਰ ਤੇ, ਲੋੜ ਨਹੀਂ ਚੱਕਣ ਦੀ। ਤੂੰ ਰੱਖ ਹੀ ਦੇਵੇਗਾ ਨਾ। ਜਿਵੇਂ ਕੋਈ ਯਾਤਰੂ ਟ੍ਰੇਨ 'ਤੇ ਯਾਤਰਾ ਕਰ ਰਿਹਾ ਹੈ ਤਾਂ ਉਹਨੇ ਬੋਝ ਸਿਰ 'ਤੇ ਰੱਖਿਆ ਹੋਇਆ, ਅਤੇ ਜਿਹੜਾ ਟਿਕਟ ਚੈੱਕ ਕਰਦਾ ਹੈ ਉਹ ਕਹਿੰਦਾ ਤੂੰ ਬੋਝ ਨੂੰ ਥੱਲੇ ਰੱਖ ਦੇ। ਪਰ ਜਿਹਨੇ ਚੱਕਿਆ ਹੋਇਆ ਉਹ ਕਹਿੰਦਾ ਮੈਂ ਟਿਕਟ ਆਪਣੀ ਲਈ ਹੈ, ਬੋਝ ਦੀ ਨਹੀਂ ਲਈ, ਬੋਝ ਤਾਂ ਮੈਂ ਸਿਰ 'ਤੇ ਰੱਖੂੰਗਾ। ਹੁਣ ਅਗਰ ਉਹ ਸਿਰ 'ਤੇ ਵੀ ਰੱਖੇ ਤਾਂ ਵੀ ਟ੍ਰੇਨ 'ਤੇ ਹੀ ਪੈ ਰਿਹਾ ਹੈ ਨਾ ਬੋਝ। ਸਮਝਦਾਰ ਥੱਲੇ ਰੱਖ ਦੇਵੇਗਾ, ਸਗੋਂ ਥੱਲੇ ਰੱਖ ਕੇ ਉੱਪਰ ਬੈਠ ਜਾਵੇਗਾ। ਪਰ ਜਿਹੜਾ ਬੇਸਮਝ ਹੈ ਉਹ ਸਿਰ ਤੋਂ ਨਹੀਂ ਲਾਵੇਗਾ। ਤੇ ਅਗਰ ਬੋਝ ਦਾ ਪਤਾ ਲੱਗ ਗਿਆ ਵੀ ਬੋਝ ਉਹਨਾਂ ਦਾ ਚੱਕੀ ਬੈਠੇ ਹਾਂ ਜਿਹੜੇ ਆਪਣੇ ਨਹੀਂ ਹਨ, ਆਪਣੇ ਨਹੀਂ ਹਨ, ਇਹ ਵੀ ਅਜੇ ਪਤਾ ਨਹੀਂ ਲੱਗਿਆ ਹੈ, ਸਿਰਫ ਸੁਣਿਆ ਹੈ। ਇਸ ਕਰਕੇ ਬੋਝ ਦਾ ਵੀ ਨਹੀਂ ਪਤਾ ਲੱਗ ਰਿਹਾ। ਇਹ ਵੀ ਗੱਲ ਥੋੜ੍ਹੀ ਜਿਹੀ ਖਿਆਲ ਵਿੱਚ ਲੈਣ ਯੋਗ ਹੈ। ਇੱਕ ਕਹਾਣੀ ਦੁਆਰਾ ਸਮਝੋ। ਕਹਿੰਦੇ ਇੱਕ ਸੰਨਿਆਸੀ ਪਹਾੜ ਦੇ ਉੱਪਰ ਜਾ ਰਿਹਾ ਸੀ। ਸਭ ਕੁਛ ਤਿਆਗ ਕਰਕੇ ਉੱਪਰ ਜਾ ਕੇ ਬਰਫੀਲੇ ਪਹਾੜਾਂ ਦੇ ਵਿੱਚ ਉੱਥੇ ਹੀ ਸਾਧਨਾ ਕਰਨੀ। ਤੇ ਠੰਡੇ ਇਲਾਕੇ 'ਚ ਜਾ ਰਿਹਾ ਸੀ, ਇਸ ਕਰਕੇ ਉਹਨੇ ਵਸਤਰ ਵਗੈਰਾ ਕਾਫੀ ਇਕੱਠੇ ਕੀਤੇ, ਗਠਰੀ ਬਣਾਈ, ਉਹਨੂੰ ਚੱਕਿਆ ਹੋਇਆ ਸੀ ਤੇ ਚੜ੍ਹ ਰਿਹਾ ਸੀ ਪਹਾੜ। ਤੇ ਜਿੰਨਾ ਜਿੰਨਾ ਪਹਾੜ ਚੜ੍ਹਦਾ ਜਾ ਰਿਹਾ ਸੀ ਉਹਨਾਂ ਥੱਕ ਵੀ ਰਿਹਾ ਸੀ, ਗਠੜੀ ਦਾ ਬੋਝ ਜ਼ਿਆਦਾ ਲੱਗ ਰਿਹਾ ਸੀ, ਭਾਰੀ ਲੱਗ ਰਹੀ ਸੀ। ਤੇ ਵਾਰ-ਵਾਰ ਦਿਲ ਕਰ ਰਿਹਾ ਸੀ ਵੀ ਇਹਨੂੰ ਸੁੱਟ ਹੀ ਦੇਵਾਂ ਗਠੜੀ ਨੂੰ, ਇੰਨਾ ਕਾਹਤੇ ਬੋਝ ਢੋਇਆ ਹੋਇਆ, ਕਿਉਂ ਚੱਕਿਆ ਹੋਇਆ। ਜਿੰਨੇ ਕੁ ਜ਼ਰੂਰਤ ਹੈ ਕੱਪੜੇ ਗਲ ਨਾਲ ਹੀ ਪਾ ਲੈਣਾ, ਤੇ ਵਾਧੂ ਜਿਹੜੇ ਹਨ ਉਹਨਾਂ ਨੂੰ ਚੱਕ ਕੇ ਸੁੱਟ ਦੇਣਾ। ਵੀ ਬੋਝ ਭਾਰੀ ਲੱਗ ਰਿਹਾ ਹੈ, ਵੀ ਇਹ ਪਹਾੜ ਬਹੁਤ ਹੈ, ਕਠਿਨ ਹੈ ਚੜ੍ਹਨ। ਤੇ ਜਿੰਨਾ ਜਿੰਨਾ ਚੜ੍ਹ ਰਿਹਾ ਸੀ ਭਾਰੀ ਲੱਗ ਰਿਹਾ ਸੀ, ਤੇ ਸੋਚ ਰਿਹਾ ਸੀ ਵੀ ਕਿਸੇ ਨੂੰ ਦੇ ਹੀ ਦੇਵਾਂ। ਕੁਦਰਤੀ ਇੱਕ ਲੜਕੀ ਕੋਲ ਦੀ ਗੁਜ਼ਰੀ, ਤਾਂ ਉਹਨੇ ਸੋਚਿਆ ਵੀ ਇਹਨੂੰ ਦੇ ਦੇਣਾ। ਤੇ ਦੇਖਿਆ ਉਹਦੇ ਵੱਲ, ਤੇ ਸੰਨਿਆਸੀ ਨੂੰ ਖਿਆਲ ਆਇਆ ਵੀ ਬੋਝ ਮੇਰੇ ਨਾਲੋਂ ਜ਼ਿਆਦਾ ਤੇ ਇਹਦੇ ਕੋਲ ਹੈ। ਵੀ ਇਹਨੇ ਇੱਕ ਛੋਟਾ ਜਿਹਾ ਬੱਚਾ ਚੱਕਿਆ ਹੋਇਆ ਹੈ ਜੋ ਕਾਫੀ ਮੋਟਾ ਤਾਜ਼ਾ ਭਾਰੀ ਹੈ ਪਿੱਠ ਦੇ ਉੱਪਰ, ਤੇ ਨੱਠੀ ਜਾਂਦੀ। ਉਹਨੇ ਆਵਾਜ਼ ਦੇ ਕੇ ਬੱਚੀ ਨੂੰ ਕਿਹਾ ਵੀ ਬੋਝ ਨਹੀਂ ਲੱਗਦਾ ਤੈਨੂੰ। ਉਹ ਬੜੇ ਗੁੱਸੇ ਨਾਲ ਸੰਨਿਆਸੀ ਵੱਲ ਦੇਖ ਕੇ ਕਹਿੰਦੀ, बोझ आप लिए हुए हैं, ये तो मेरा छोटा भाई है। वो कहती बोझ आप लिए हुए हैं, ये तो मेरा छोटा भाई है।
ਹੁਣ ਛੋਟੇ ਭਾਈ ਦਾ ਵੀ ਬੋਝ ਹੈ ਤੇ ਹੈ ਹੀ, ਹੋ ਸਕਦਾ ਸੰਨਿਆਸੀ ਦੇ ਬੋਝ ਨਾਲੋਂ ਵੀ ਜ਼ਿਆਦਾ ਹੋਵੇ, ਪਰ ਉਹ ਛੋਟਾ ਭਾਈ ਹੈ, ਉੱਥੇ ਮਮਤ ਜੁੜ ਗਈ, ਮੋਹ ਜੁੜ ਗਈ। ਚਲੋ ਬੱਚੀ ਨੂੰ ਤਾਂ ਪਤਾ ਨਹੀਂ, ਜੁੜਿਆ ਹੋਇਆ ਅਚਨਚੇ, ਤੈਨੂੰ ਬੋਝ ਨਹੀਂ ਲੱਗ ਰਿਹਾ ਹੈ। ਸੰਨਿਆਸੀ ਨੂੰ ਬੋਝ ਲੱਗ ਰਿਹਾ ਹੈ। ਤੇ ਜਿੱਥੇ ਮੋਹ ਹੁੰਦਾ ਹੈ ਉੱਥੇ ਬੋਝ ਜਿਹੜਾ ਹੈ ਨਾ, ਬੋਝ ਵੀ ਨਹੀਂ ਲੱਗਦਾ, ਮਹਿਸੂਸ ਨਹੀਂ ਹੁੰਦਾ। ਆਦਮੀ ਬਹੁਤ ਦਿਨ ਰਾਤ ਖਪਦਾ ਹੈ, ਕਈ ਵਾਰ ਹੈਰਾਨ ਹੋ ਜਾਈਦਾ ਦੇਖ ਕੇ ਵੀ ਕਿੰਨੀ ਕਿੰਨੀ ਮਿਹਨਤ ਕਰਦੇ ਲੋਕ, ਪਰ ਉਹਨਾਂ ਨੂੰ ਲੱਗ ਹੀ ਨਹੀਂ ਰਿਹਾ ਵੀ ਅਸੀਂ ਮਿਹਨਤ ਕਰ ਰਹੇ ਹਾਂ, ਦਿਨ ਰਾਤ ਸਿਰ ਖਪਾਈ ਕਰਦੇ, ਕਿਉਂਕਿ ਮੋਹ ਹੈ ਨਾ, ਆਪਣਿਆਂ ਵਾਸਤੇ ਕਰ ਰਹੇ। ਫਿਰ ਨਹੀਂ ਹੈ ਨਾ ਪ੍ਰੋਬਲਮ, ਫਿਰ ਭਾਰ ਥੋੜ੍ਹੀ ਹੈ, ਆਪਣਿਆਂ ਵਾਸਤੇ ਢੋ ਰਹੇ, ਫਿਰ ਭਾਰ ਕਿੱਥੇ? ਆਪਣਿਆਂ ਵਾਸਤੇ ਜਿਹੜਾ ਢੋ ਰਿਹਾ ਹੈ ਉਹਨੂੰ ਭਾਰ ਕਿੱਥੇ ਹੈ? ਤੇ ਭਾਰ ਲੱਗਦਾ ਹੀ ਨਹੀਂ। ਤੇ ਜਦੋਂ ਤੁਹਾਨੂੰ ਪਤਾ ਲੱਗੇਗਾ ਵੀ ਜਿਨ੍ਹਾਂ ਦਾ ਅਸੀਂ ਬੋਝਾ ਢੋ ਰਹੇ ਹਾਂ ਉਹ ਆਪਣੇ ਨਹੀਂ, ਫਿਰ ਦੂਸਰੀ ਗੱਲ ਇਹ ਹੈ ਬੋਝਾ ਉਤਾਰਨ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ। ਤੁਸੀਂ ਚੱਕਿਆ ਹੋਇਆ ਹੈ ਭਾਰ ਦੂਸਰਿਆਂ ਦਾ, ਖਿਆਲ ਵਿੱਚ ਰੱਖਿਓ। ਤੇ ਜਦੋਂ ਤੁਸੀਂ ਉਤਾਰਨਾ ਚਾਹੋ ਨਾ ਤਾਂ ਉਦੋਂ ਕੋਈ ਵੀ ਨਹੀਂ ਰੋਕ ਸਕਦਾ। ਜਿਵੇਂ ਤੁਸੀਂ ਮਰਨਾ ਚਾਹੋ ਤੇ ਮਰਨ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ। ਅਗਰ ਰੁਕੇ ਹੋਏ ਹੋ ਤੁਸੀਂ ਤੇ ਤੁਸੀਂ ਆਪਣੇ ਆਪ ਰੁਕੇ ਹੋਏ ਹੋ, ਇਹ ਗੱਲ ਖਿਆਲ ਵਿੱਚ ਰੱਖਿਓ। ਅਗਰ ਜ਼ਿੰਮੇਵਾਰੀ ਤੁਸੀਂ ਆਪਣੀ ਲਓਗੇ ਨਾ ਤੇ ਤੁਸੀਂ ਨਿਕਲ ਆਓਗੇ। ਤੇ ਹੈ ਵੀ ਖਿਆਲ ਵਿੱਚ ਰੱਖਣ ਯੋਗ ਹੈ ਵੀ ਇਹ ਜੋ ਭਾਰ ਹੈ ਨਾ ਕਿਸੇ ਨੇ ਨਹੀਂ ਪਾਇਆ ਹੋਇਆ, ਤੁਸੀਂ ਚੱਕਿਆ ਹੋਇਆ। ਅਗਰ ਤੁਸੀਂ ਮਰਨਾ ਚਾਹੋ ਨਾ ਤੇ ਕੋਈ ਵੀ ਨਹੀਂ ਤੁਹਾਨੂੰ ਰੋਕ ਸਕਦਾ। ਭਾਰ ਛੱਡਣਾ ਚਾਹੋ ਤੇ ਕੋਈ ਵੀ ਨਹੀਂ ਰੋਕ ਸਕਦਾ। ਹਟਣਾ ਚਾਹੋ ਤੇ ਕੋਈ ਵੀ ਨਹੀਂ ਰੋਕ ਸਕਦਾ। ਹੁਣ ਮਰਨਾ ਹੀ ਚਾਹੋ ਤੁਸੀਂ ਤੇ ਫਿਰ ਕੌਣ ਰੋਕ ਸਕਦਾ ਹੈ ਤੁਹਾਨੂੰ? ਜਿਵੇਂ ਇਵੇਂ ਸਮਝ ਲਵੋ ਪ੍ਰਹਿਲਾਦ ਨੂੰ ਰੋਕਿਆ ਸੀ ਹਰਨਾਕਸ਼ ਨੇ। ਤੇ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਦੇਖੋ ਛੋਟਾ ਜਿਹਾ ਬੱਚਾ ਹੈ 7-8 ਸਾਲ ਦਾ, ਉਹ ਨਹੀਂ ਰੁਕਿਆ। ਜਿਹਦੇ ਕੋਲ ਸਾਰੀ ਦੁਨੀਆ ਡਰਦੀ ਸੀ, ਹਰਨਾਕਸ਼ ਕੋਲ, ਬਹੁਤ ਖਤਰਨਾਕ ਆਦਮੀ ਹੋਵੇਗਾ ਉਸ ਸਮੇਂ ਦਾ। ਤੇ ਉਹ ਜੋ ਕਹਿੰਦਾ ਸੀ ਉਹ ਕਰਨਾ ਪੈਂਦਾ ਸੀ ਹਰ ਇੱਕ ਨੂੰ। ਪਰ ਉਹ ਆਪਣੇ ਹੀ ਬੇਟੇ ਕੋਲ ਹਾਰ ਗਿਆ, ਉਹਨੂੰ ਆਪਣੇ ਪਿੱਛੇ ਨਾ ਲਾ ਸਕੇ। ਹਰਨਾਕਸ਼ ਤੋਰਨਾ ਚਾਹੁੰਦਾ ਸੀ ਰਾਜਨੀਤੀ ਦੇ ਵਿੱਚ, ਆਪਣੇ ਬੱਚੇ ਨੂੰ ਲਾਉਣਾ ਚਾਹੁੰਦਾ ਸੀ, ਜਿਵੇਂ ਹਰ ਇੱਕ ਪਿਤਾ ਚਾਹੁੰਦਾ ਹੀ ਹੈ, ਸਮਰਾਟ ਹੈ ਤੇ ਮੇਰਾ ਬੱਚਾ ਵੀ ਸਮਰਾਟ ਬਣੇ, ਸਗੋਂ ਚੱਕਰਵਰਤੀ ਸਮਰਾਟ ਬਣੇ। ਐਸੇ ਖੁਆਬ ਦੇਖਦੇ ਹਨ ਬਾਪ।
ਐਸੇ ਹਰਨਾਕਸ਼ ਨੇ ਦੇਖਿਆ ਹੋਇਆ ਵੀ ਚੱਕਰਵਰਤੀ ਸਮਰਾਟ ਬਣੇ, ਕਿਉਂਕਿ ਬੁੱਧੀ ਬਹੁਤ ਸੀ, ਸਮਝ ਬਹੁਤ ਸੀ, ਇਸ ਕਰਕੇ ਉਹਨੂੰ ਲੱਗਦਾ ਵੀ ਸੀ। ਪਰ ਧਰਲੂ ਸਾਫ਼ ਇਨਕਾਰ ਕਰਦਾ ਸੀ ਵੀ ਮੈਂ ਰਾਜਨੀਤੀ 'ਚ ਪੈਣਾ ਨਹੀਂ, ਰਾਜ ਭਾਗ ਸੰਭਾਲਣਾ ਨਹੀਂ। ਉਹ ਕਹਿੰਦੇ ਸੀ ਮੇਰੀ ਪਟੀਆ ਲਿਖ ਦਿਓ ਗੁਰੂ ਗੋਪਾਲ, ਆਰਾਮ ਨਾਲ ਛੋੜਨਾ ਹੰਗੋ ਰਹੇਗਾ। ਮੈਂ ਆਪਣੇ ਗੁਰੂ ਦੀ ਬੇਇੱਜ਼ਤੀ ਨਹੀਂ ਕਰ ਸਕਦਾ, ਮੈਂ ਨਹੀਂ ਜਾਊਂਗਾ ਉੱਧਰ। ਪਰ ਹਰਨਾਕਸ਼ ਬਹੁਤ ਕੋਸ਼ਿਸ਼ ਕਰਦਾ ਹੈ ਵੀ ਉਹ ਵਾਪਸ ਸੰਸਾਰ ਵੱਲ ਆਵੇ, ਪਰ ਪ੍ਰਹਲਾਦ ਨਹੀਂ ਗਿਆ। ਇਹਦਾ ਕੀ ਭਾਵ ਹੋਇਆ ਵੀ ਹਰਨਾਕਸ਼ ਵਰਗਾ ਪਿਤਾ ਵੀ ਨਹੀਂ ਰੋਕ ਸਕਦਾ ਹੈ, ਹਰਨਾਕਸ਼ ਵਰਗਾ ਬੰਦਾ ਵੀ ਨਹੀਂ ਰੋਕ ਸਕਦਾ। ਅਗਰ ਕੋਈ ਜਾਣਾ ਚਾਹਵੇ ਤਾਂ ਦਰਅਸਲ ਬੱਚੇ ਜਾਂਦੇ ਨਹੀਂ ਹਨ, ਇਸ ਕਰਕੇ ਐਸੀਆਂ ਘਟਨਾ ਸਦੀਆਂ ਤੱਕ ਯਾਦ ਰੱਖੀਆਂ ਜਾਂਦੀਆਂ, ਕਿਉਂਕਿ ਛੋਟਾ ਬੱਚਾ ਦੀ ਤੇ ਆਕਾਂਸ਼ਾ ਸੰਸਾਰ ਵਿੱਚ ਜਾਣ ਦੀ ਹੁੰਦੀ ਹੈ, ਜੇ ਸੰਸਾਰ ਨੂੰ ਜਾਣਿਆ ਨਹੀਂ। ਪਰ ਪ੍ਰਹਲਾਦ ਵਰਗਾ ਕੋਈ ਅਨੂਠਾ ਹੀ ਹੁੰਦਾ ਨਾ, ਉਹ ਕਹਿੰਦਾ ਮੈਂ ਜਾਣਾ ਹੀ ਨਹੀਂ ਸੰਸਾਰ ਵੱਲ। ਤੇ ਹਰ ਇੱਕ ਪਿਤਾ ਇਹ ਕੋਸ਼ਿਸ਼ ਕਰਦਾ ਹੈ ਆਪਣੇ ਬੱਚੇ ਨੂੰ ਸੰਸਾਰ ਵੱਲ ਭੇਜਣ ਦੀ। ਇਹਦਾ ਕੀ ਭਾਵ ਹੋਇਆ ਵੀ ਹਰ ਇੱਕ ਪਿਤਾ ਹੀ ਹਰਨਾਕਸ਼ ਬਿਰਤੀ ਦਾ ਹੀ ਹੈ, ਕਿਉਂਕਿ ਕੋਸ਼ਿਸ਼ ਤੇ ਹਰ ਇੱਕ ਪਿਤਾ ਇਹੋ ਕਰ ਰਿਹਾ ਇਹਦੇ ਸੰਸਾਰ 'ਚ ਕਾਮਯਾਬ ਹੋਵੇ ਬੱਚਾ। ਤੇ ਕਈ ਹਰਨਾਕਸ਼ ਵਾਂਗੂ ਬਹੁਤ ਜ਼ੁਲਮ ਵੀ ਕਰਦੇ ਹਨ ਬੱਚਿਆਂ 'ਤੇ।